ਸਭ ਤੋਂ ਪਹਿਲਾਂ ਤੁਹਾਡੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਸਵਾਲ, ਜੇਕਰ ਆਪਾਂ ਮੈਟ੍ਰਿਕਸ A ਨੂੰ ਉਸੇ ਦੇ ਐਡਜॉइंट ਯਾਨੀ ਕਿ ਐਡਜॉइंट A ਨਾਲ ਮਲਟੀਪਲਾਈ ਕਰੀਏ, ਮਤਲਬ A ਇਨਟੂ ਐਡਜॉइंट A, ਤਾਂ ਰਿਜ਼ਲਟ ਕੀ ਆਵੇਗਾ? ਇਹ ਸਵਾਲ ਐਂਟਰੈਂਸ ਐਗਜ਼ਾਮਸ ਦਾ ਆਲ ਟਾਈਮ ਫੇਵਰਿਟ ਹੈ। ਸੋਚਣ ਲਈ ਤੁਹਾਡੇ ਕੋਲ ਸਿਰਫ 3 ਸੈਕਿੰਡ ਨੇ। 3 2 1। ਹਾਂਜੀ, ਤਾਂ ਸਹੀ ਜਵਾਬ ਹੈ ਡਿਟਰਮੀਨੈਂਟ A ਇਨਟੂ I, ਯਾਨੀ ਕਿ ਇਹ ਇੱਕ ਆਈਡੈਂਟੀਟੀ ਮੈਟ੍ਰਿਕਸ ਹੈ ਜਿਸ ਨੂੰ ਡਿਟਰਮੀਨੈਂਟ A ਨਾਲ ਸਕੇਲ ਕੀਤਾ ਗਿਆ ਹੈ। ਜੇਕਰ ਤੁਸੀਂ ਪੇਪਰ ਵਿੱਚ ਇਹਨੂੰ ਮੈਨੂਅਲੀ ਗੁਣਾ ਕਰਨ ਬੈਠ ਗਏ ਨਾ, ਤਾਂ ਸਮਝੋ ਟਾਈਮ ਖਤਮ। ਇਹ ਡਾਇਰੈਕਟ ਫਾਰਮੂਲਾ ਤੁਹਾਡਾ ਬਹੁਤ ਕੀਮਤੀ ਟਾਈਮ ਬਚਾਏਗਾ। ਚਲੋ ਹੁਣ ਇੱਕ ਹੋਰ MCQ ਚੈਲੰਜ। ਕਿਸੇ ਪ੍ਰੋਡਕਟ ਦਾ ਐਡਜॉइंट ਆਪਾਂ ਕਿਵੇਂ ਕੱਢਦੇ ਹਾਂ, ਯਾਨੀ ਕਿ ਐਡਜॉइंट AB। ਇਹ ਇੱਕ ਅਜਿਹਾ ਕਲਾਸਿਕ ਟ੍ਰੈਪ ਹੈ ਜਿੱਥੇ ਚੰਗੇ ਸਟੂਡੈਂਟਸ ਫਸ ਜਾਂਦੇ ਨੇ। ਦੁਬਾਰਾ 3 ਸੈਕਿੰਡ ਦਾ ਟਾਈਮ ਹੈ। 3 2 1। ਅਤੇ ਇੱਥੇ ਕੰਮ ਆਉਂਦਾ ਹੈ ਰਿਵਰਸਲ ਲਾਅ, ਯਾਨੀ ਕਿ ਆਰਡਰ ਨੂੰ ਉਲਟਾ ਕਰਨਾ। ਸਹੀ ਆਨਸਰ ਹੈ ਐਡਜॉइंट B ਇਨਟੂ ਐਡਜॉइंट A। ਜ਼ਿਆਦਾਤਰ ਸਟੂਡੈਂਟਸ ਕੀ ਗਲਤੀ ਕਰਦੇ ਨੇ? ਉਹ ਆਰਡਰ ਸੇਮ ਰੱਖਦੇ ਨੇ, ਜੋ ਕਿ ਬਿਲਕੁਲ ਗਲਤ ਹੈ। ਸਹੀ ਆਪਸ਼ਨ ਟਿਕ ਕਰਨ ਵੇਲੇ ਇਹ ਉਲਟਾ ਆਰਡਰ ਹਮੇਸ਼ਾ ਯਾਦ ਰੱਖਿਓ। ਟਰਾਂਸਪੋਜ਼ ਰੂਲ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਸਿੱਧਾ ਜਿਹਾ ਹੈ। ਬਸ ਇੰਨਾ ਯਾਦ ਰੱਖਣਾ ਹੈ ਕਿ ਕਿਸੇ ਟਰਾਂਸਪੋਜ਼ ਕੀਤੇ ਹੋਏ ਮੈਟ੍ਰਿਕਸ ਦਾ ਐਡਜॉइंट ਲੈ ਲਓ ਜਾਂ ਫਿਰ ਐਡਜॉइंट ਕੱਢ ਕੇ ਬਾਅਦ ਵਿੱਚ ਟਰਾਂਸਪੋਜ਼ ਕਰ ਦਿਓ, ਗੱਲ ਇੱਕੋ ਹੀ ਹੈ। ਯਾਨੀ ਐਡਜॉइंट A ਡੈਸ਼ ਬਰਾਬਰ ਹੈ ਐਡਜॉइंट A ਦੇ ਹੋਲ ਡੈਸ਼ ਦੇ। ਬਹੁਤ ਸਿੰਪਲ। ਸੈਕਸ਼ਨ 2 ਸਕੇਲਰਸ ਐਂਡ ਪਾਵਰਸ ਸ਼ਾਰਟਕਟਸ। ਇਹ ਉਹ ਜਗ੍ਹਾ ਹੈ ਜਿੱਥੇ ਆਪਾਂ ਅਸਲ ਵਿੱਚ ਆਪਣੀ ਸਪੀਡ ਵਧਾ ਸਕਦੇ ਹਾਂ। ਸੋਚੋ, ਜੇ ਆਪਣੇ ਕੋਲ ਕੋਈ ਸਕੇਲਰ K ਹੈ ਤਾਂ ਐਡਜॉइंट ਆਫ KA ਦਾ ਫਾਰਮੂਲਾ ਕੀ ਹੋਵੇਗਾ? ਜਦੋਂ ਤੁਹਾਡੇ ਨਾਨ ਸਿੰਗੂਲਰ ਮੈਟ੍ਰਿਕਸ ਦਾ ਆਰਡਰ n ਹੋਵੇ ਤਾਂ ਇਹ ਸਕੇਲਰ K ਐਡਜॉइंट ਦੇ ਬਾਹਰ ਕਿਵੇਂ ਆਉਂਦਾ ਹੈ? ਯਾਦ ਕਰਨ ਦੀ ਕੋਸ਼ਿਸ਼ ਕਰੋ। 3 2 1। ਦੇਖੋ, ਜੇਕਰ ਤੁਸੀਂ ਸੋਚਿਆ ਸੀ ਕਿ ਇਕੱਲਾ K ਬਾਹਰ ਆ ਜਾਵੇਗਾ ਤਾਂ ਉਹ ਗਲਤ ਹੈ। ਸਹੀ ਤਰੀਕਾ ਹੈ ਕਿ K ਦੇ ਉੱਪਰ n-1 ਦੀ ਪਾਵਰ ਆਵੇਗੀ, ਯਾਨੀ ਕਿ K ਰੇਜ਼ ਟੂ ਪਾਵਰ n-1 ਇਨਟੂ ਐਡਜॉइंट A। ਇਹ ਜਿਹੜਾ ਐਕਸਪੋਨੈਂਟ ਹੈ ਨਾ n-1, ਇਹੀ ਇਸ ਟ੍ਰਿਕ ਦੀ ਜਾਨ ਹੈ। ਹਾਈ ਪ੍ਰੈਸ਼ਰ ਐਗਜ਼ਾਮ ਵਿੱਚ ਗਲਤ ਆਪਸ਼ਨਸ ਨੂੰ ਬਾਹਰ ਕੱਢਣ ਲਈ ਇਹ ਟ੍ਰਿਕ ਬਹੁਤ ਕੰਮ ਆਉਂਦੀ ਹੈ। ਇਸੇ ਤਰ੍ਹਾਂ ਪਾਵਰ ਰੂਲ ਵੀ ਕੰਮ ਕਰਦਾ ਹੈ। ਮੈਟ੍ਰਿਕਸ ਦੀ ਪਾਵਰ ਨੂੰ ਤੁਸੀਂ ਸਿੱਧਾ ਐਡਜॉइंट ਦੇ ਬਾਹਰ ਕੱਢ ਸਕਦੇ ਹੋ। ਮਤਲਬ ਐਡਜॉइंट ਆਫ A ਰੇਜ਼ ਟੂ ਪਾਵਰ m ਬਰਾਬਰ ਹੁੰਦਾ ਹੈ ਐਡਜॉइंट A ਵੀ ਹੋਲ ਪਾਵਰ m ਦੇ। ਸੋਚ ਕੇ ਦੇਖੋ, ਇਸ ਛੋਟੀ ਜੀ ਟ੍ਰਿਕ ਨਾਲ ਲੰਬੀ ਕੈਲਕੂਲੇਸ਼ਨ ਕਿੰਨੀ ਸੌਖੀ ਹੋ ਜਾਂਦੀ ਹੈ। ਸੈਕਸ਼ਨ 3 ਡਿਟਰਮੀਨੈਂਟ ਕੈਲਕੂਲੇਸ਼ਨ ਟਾਈਮ ਸੇਵਰਸ। ਇਸ ਸੈਕਸ਼ਨ ਵਿੱਚ ਆਪਾਂ ਦੇਖਾਂਗੇ ਕਿ ਐਡਜॉइंट्स ਦਾ ਸਿੱਧਾ ਡਿਟਰਮੀਨੈਂਟਸ ਨਾਲ ਕੀ ਕਨੈਕਸ਼ਨ ਹੈ। ਲੋ ਜੀ, ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ, ਕਿਸੇ ਐਡਜॉइंट ਦਾ ਡਿਟਰਮੀਨੈਂਟ ਕੱਢਣ ਦਾ ਸਭ ਤੋਂ ਤੇਜ਼ ਤਰੀਕਾ ਕੀ ਹੈ? ਯਾਨੀ ਡਿਟਰਮੀਨੈਂਟ ਆਫ ਐਡਜॉइंट A। ਇਹ ਸਟੈਂਡਰਡ ਮੈਥ ਐਗਜ਼ਾਮਸ ਦਾ ਸਭ ਤੋਂ ਵੱਡਾ ਹੈਕ ਹੈ। 3 ਸੈਕਿੰਡ ਦਾ ਟਾਈਮ ਹੈ। 3 2 1। ਅਤੇ ਸਹੀ ਜਵਾਬ ਹੈ ਡਿਟਰਮੀਨੈਂਟ A ਦੀ ਪਾਵਰ n-1। ਕਮਾਲ ਦੀ ਗੱਲ ਦੇਖੋ, ਤੁਹਾਨੂੰ ਐਡਜॉइंट ਮੈਟ੍ਰਿਕਸ ਕੱਢਣ ਦੀ ਲੋੜ ਹੀ ਨਹੀਂ ਪਈ। ਬਸ ਬੇਸ ਮੈਟ੍ਰਿਕਸ ਦਾ ਡਿਟਰਮੀਨੈਂਟ ਕੱਢੋ, ਉਹਦੀ ਪਾਵਰ n-1 ਕਰੋ ਤੇ ਤੁਹਾਡਾ ਆਨਸਰ ਤਿਆਰ ਹੈ। ਟਾਈਮ ਸੇਵ ਕਰਨ ਦਾ ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਹੋ ਸਕਦਾ। ਸੈਕਸ਼ਨ 4 ਦ ਡਬਲ ਐਡਜॉइंट ਚੈਲੰਜ। ਹੁਣ ਆਪਾਂ ਥੋੜਾ ਹਾਈ ਲੈਵਲ ਤੇ ਚੱਲਦੇ ਹਾਂ, ਜਿੱਥੇ ਪਾਵਰਸ ਦਾ ਸਹੀ ਪੈਟਰਨ ਯਾਦ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇੱਥੇ ਤੁਹਾਡੇ ਲਈ ਇੱਕ ਡਬਲ ਚੈਲੰਜ ਹੈ। 2 ਚੀਜ਼ਾਂ ਦੱਸਣੀਆਂ ਨੇ। ਪਹਿਲਾ, ਮੈਟ੍ਰਿਕਸ ਐਡਜॉइंट ਆਫ ਐਡਜॉइंट A ਦਾ ਫਾਰਮੂਲਾ, ਤੇ ਦੂਜਾ ਉਹਦੇ ਡਿਟਰਮੀਨੈਂਟ ਦਾ ਫਾਰਮੂਲਾ। ਇਹ ਦੋਵੇਂ ਬਹੁਤ ਮਿਲਦੇ ਜੁਲਦੇ ਨੇ, ਪਰ ਫਰਕ ਬਹੁਤ ਵੱਡਾ ਹੈ। 3 ਸੈਕਿੰਡ ਸੋਚਣ ਲਈ। 3 2 1। ਇਸ ਟੇਬਲ ਨੂੰ ਧਿਆਨ ਨਾਲ ਦੇਖੋ। ਮੈਟ੍ਰਿਕਸ ਫਾਰਮ ਦੇ ਵਿੱਚ ਡਿਟਰਮੀਨੈਂਟ A ਦੀ ਪਾਵਰ ਆਉਂਦੀ ਹੈ n-2 ਅਤੇ ਨਾਲ ਮੈਟ੍ਰਿਕਸ A ਮਲਟੀਪਲਾਈ ਹੁੰਦਾ ਹੈ। ਪਰ ਜਦੋਂ ਡਿਟਰਮੀਨੈਂਟ ਕੱਢਣਾ ਹੋਵੇ ਤਾਂ ਡਿਟਰਮੀਨੈਂਟ A ਦੀ ਪਾਵਰ ਬਣ ਜਾਂਦੀ ਹੈ n-1 ਦਾ ਹੋਲ ਸਕੁਆਇਰ। ਇਹ n-2 ਅਤੇ n-1 ਦੇ ਸਕੁਆਇਰ ਦਾ ਜਿਹੜਾ ਫਰਕ ਹੈ ਨਾ, ਐਗਜ਼ਾਮੀਨਰ ਅਕਸਰ MCQ ਵਿਕਲਪਾਂ ਵਿੱਚ ਇੱਥੇ ਹੀ ਉਲਝਾਉਂਦੇ ਨੇ, ਸੋ ਇਹਨੂੰ ਪੱਕਾ ਕਰ ਲਿਓ। ਸੈਕਸ਼ਨ 5 ਸਪੈਸ਼ਲ ਮੈਟ੍ਰਿਕਸ ਐਡਜॉइंट ਬਿਹੇਵੀਅਰ। ਚਲੋ ਹੁਣ ਕੁਝ ਰੈਪਿਡ ਫਾਇਰ ਥਿਉਰੀ ਰੂਲਸ ਦੇਖਦੇ ਹਾਂ। ਪਹਿਲਾ ਰੂਲ, ਕਿਸੇ ਆਈਡੈਂਟੀਟੀ ਮੈਟ੍ਰਿਕਸ ਯਾਨੀ ਕਿ I ਦਾ ਐਡਜॉइंट ਕੱਢੋਗੇ ਤਾਂ ਵਾਪਸ ਆਈਡੈਂਟੀਟੀ ਮੈਟ੍ਰਿਕਸ ਹੀ ਮਿਲੇਗਾ। ਬਿਲਕੁਲ ਇਹੀ ਲੌਜਿਕ ਜ਼ੀਰੋ ਮੈਟ੍ਰਿਕਸ ਯਾਨੀ ਕਿ O ਤੇ ਲਾਗੂ ਹੁੰਦਾ ਹੈ। ਜ਼ੀਰੋ ਮੈਟ੍ਰਿਕਸ ਦਾ ਐਡਜॉइंट ਵੀ ਹਮੇਸ਼ਾ ਜ਼ੀਰੋ ਮੈਟ੍ਰਿਕਸ ਹੀ ਰਹਿੰਦਾ ਹੈ। ਬਹੁਤ ਸਿੰਪਲ। ਅਤੇ ਕੁਝ ਮੈਟ੍ਰਿਕਸ ਆਪਣੀ ਨੇਚਰ ਕਦੇ ਨਹੀਂ ਬਦਲਦੇ, ਜਿਵੇਂ ਕਿ ਡਾਇਗਨਲ ਮੈਟ੍ਰਿਕਸ ਦਾ ਐਡਜॉइंट ਕੱਢੋਗੇ ਤਾਂ ਆਨਸਰ ਹਮੇਸ਼ਾ ਡਾਇਗਨਲ ਹੀ ਆਵੇਗਾ। ਟ੍ਰਾਇੰਗੂਲਰ ਮੈਟ੍ਰਿਕਸ ਦਾ ਐਡਜॉइंट ਟ੍ਰਾਇੰਗੂਲਰ ਹੁੰਦਾ ਹੈ ਤੇ ਸਿਮੈਟ੍ਰਿਕ ਮੈਟ੍ਰਿਕਸ ਦਾ ਐਡਜॉइंट ਹਮੇਸ਼ਾ ਸਿਮੈਟ੍ਰਿਕ ਨਿਕਲਦਾ ਹੈ। ਇਹ ਛੋਟੇ-ਛੋਟੇ ਫੈਕਟਸ ਥਿਊਰੀ ਵਾਲੇ ਸਵਾਲਾਂ ਨੂੰ ਬਿਨਾਂ ਕਾਪੀ ਪੈਨ ਚੁੱਕੇ ਸੈਕਿੰਡਾਂ ਵਿੱਚ ਸੋਲਵ ਕਰਨ ਵਿੱਚ ਮਦਦ ਕਰਦੇ ਨੇ।
ਅੱਜ ਦਾ ਐਕਸਪਲੇਨਰ ਖਤਮ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਇੱਕ ਸੋਚਣ ਵਾਲਾ ਸਵਾਲ, ਕੀ ਇਹ ਜਿੰਨੇ ਵੀ ਜ਼ਬਰਦਸਤ ਸ਼ਾਰਟਕਟਸ ਆਪਾਂ ਅੱਜ ਸਿੱਖੇ ਨੇ, ਕੀ ਆਪਾਂ ਇਹਨਾਂ ਨੂੰ ਸਿੰਗੂਲਰ ਮੈਟ੍ਰਿਕਸ ਉੱਤੇ ਵੀ ਲਗਾ ਸਕਦੇ ਹਾਂ ਜਿੱਥੇ ਡਿਟਰਮੀਨੈਂਟ ਬਿਲਕੁਲ ਜ਼ੀਰੋ ਹੁੰਦਾ ਹੈ? ਯਾਦ ਕਰੋ, ਸ਼ੁਰੂ ਵਿੱਚ ਆਪਾਂ ਨਾਨ ਸਿੰਗੂਲਰ ਹੋਣ ਦੀ ਇੱਕ ਸਖਤ ਕੰਡੀਸ਼ਨ ਰੱਖੀ ਸੀ। ਜੇਕਰ ਡਿਟਰਮੀਨੈਂਟ ਜ਼ੀਰੋ ਹੋ ਗਿਆ ਤਾਂ ਇਹਨਾਂ ਫਾਰਮੂਲਿਆਂ ਦਾ ਕੀ ਬਣੇਗਾ? ਇਹ ਗੱਲ ਤੁਹਾਨੂੰ ਇਹਨਾਂ ਮੈਥਮੈਟੀਕਲ ਟ੍ਰਿਕਸ ਦੀਆਂ ਅਸਲ ਲਿਮਿਟਸ ਬਾਰੇ ਸੋਚਣ ਲਈ ਮਜਬੂਰ ਕਰੇਗੀ। ਅੱਜ ਦੇ ਐਕਸਪਲੇਨਰ ਵਿੱਚ ਬਸ ਇੰਨਾ ਹੀ। ਜੁੜੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ।